ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਕਾਰਤਾ 'ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਕੀਤੀ ਮੁਲਾਕਾਤ। ਪ੍ਰਧਾਨ ਮੰਤਰੀ ਨੇ 2024 'ਚ ਮਲੇਸ਼ੀਆ 'ਚ ਟੀਮ ਕੈਨੇਡਾ ਟ੍ਰੇਡ ਮਿਸ਼ਨ ਲਈ ਯੋਜਨਾਵਾਂ ਦਾ ਕੀਤਾ ਐਲਾਨ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਧਾਉਣ ਤੋਂ ਰੋਕਣ ਲਈ ਕੀਤੀ ਸਿੱਧੀ ਅਪੀਲ। ਫੋਰਡ ਨੇ ਚਿੱਠੀ 'ਚ ਕਿਹਾ ਕਿ 18 ਮਹੀਨਿਆਂ ਦੌਰਾਨ ਵਿਆਜ ਦਰਾਂ 'ਚ 10 ਵਾਰ ਵਾਧਾ ਹੋਇਆ। ਪਰਿਵਾਰਾਂ ਨੂੰ ਮਾਰਗੇਜ ਭੁਗਤਾਨਾਂ ਲਈ ਹਜ਼ਾਰਾਂ ਡਾਲਰ ਖਰਚਣੇ ਪੈ ਰਹੇ ਨੇ। ਅਮਰੀਕਾ 'ਚ ਜਹਾਜ਼ ਉਡਾਉਣ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਪਾਇਲਟਾਂ ਦੀ ਗਿਣਤੀ 'ਚ ਸਾਲ 2022 'ਚ 3 ਗੁਣਾ ਵਾਧਾ। ਕੈਨੇਡਾ 'ਚ ਪਾਇਲਟਾਂ ਦੀ ਘਾਟ ਦੀ ਸਮੱਸਿਆ ਹੋਰ ਡੂੰਘੀ ਹੋਣ ਦਾ ਖਦਸ਼ਾ। ਪਾਇਲਟਾਂ ਦੀ ਘਾਟ ਕਾਰਨ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫੈਸਲਾ। ਮੈਟਾ ਨੇ ਆਪਣੇ ਮੁਲਾਜ਼ਮਾਂ ਨੂੰ ਹਫ਼ਤੇ 'ਚ 3 ਦਿਨ ਦਫ਼ਤਰ ਆ ਕੇ ਕੰਮ ਸ਼ੁਰੂ ਕਰਨ ਲਈ ਸੂਚਿਤ ਕੀਤਾ। ਐਮਾਜ਼ੋਨ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਕਿਹਾ ਜਿਹੜੇ ਹਫ਼ਤੇ 'ਚ 3 ਦਿਨ ਦਫ਼ਤਰੋਂ ਕੰਮ ਕਰਨ ਵਾਲੀ ਪਾਲਿਸੀ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਲਈ ਐਮਾਜ਼ੋਨ 'ਚ ਕੰਮ ਕਰਨਾ ਸੰਭਵ ਨਹੀਂ ਹੋਵੇਗਾ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ ਏਸੀਆਨ ਸੰਮੇਲਨ ਦੌਰਾਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਟਰੂਡੋ ਨੇ ਆਸੀਅਨ ਕੈਨੇਡਾ ਰਣਨੀਤਿਕ ਭਾਈਵਾਲੀ ਲਈ ਮਲੇਸ਼ੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਆਸੀਆਨ 'ਚ ਕੈਨੇਡਾ ਦੇ ਤਾਲਮੇਲ ਵਾਲੇ ਦੇਸ਼ ਵਜੋਂ ਆਪਣੀ ਸਮਰੱਥਾ ਸ਼ਾਮਲ ਹੈ ਤੇ ਦੋ ਪੱਖੀ ਸਬੰਧਾਂ ਨੂੰ ਡੂੰਘਾ ਕਰਨ ਅਤੇ ਦੋਵਾਂ ਦੇਸ਼ਾਂ 'ਚ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਸਹਿਯੋਗ ਦੇ ਖੇਤਰਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਪ੍ਰਧਾਨ ਮੰਤਰੀ ਨੇ ਜਮਹੂਰੀਅਤ ਅਤੇ ਜਮਹੂਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵਿਆਉਣਯੋਗ ਊਰਜਾ, ਖੇਤੀ, ਭੋਜਨ, ਬੁਨਿਆਦੀ ਢਾਂਚੇ ਅਤੇ ਸਾਫ਼ ਤੇ ਉੱਨਤ ਤਕਨੀਕਾਂ ਤੇ ਸਹਿਯੋਗ ਨੂੰ ਡੂੰਘਾ ਕਰਨ ਤੇ ਮਿਲ ਕੇ ਕੰਮ ਕਰਨ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਟਰੂਡੋ ਨੇ 2024 ਚ ਮਲੇਸ਼ੀਆ ਵਿੱਚ ਟੀਮ ਕੈਨੇਡਾ ਟ੍ਰੇਡ ਮਿਸ਼ਨ ਲਈ ਯੋਜਨਾਵਾਂ ਦਾ ਐਲਾਨ ਵੀ ਕੀਤਾ। ਨੇਤਾਵਾਂ ਨੇ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਸਮਰਥਨ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਮਹੱਤਤਾ ਤੇ ਸਹਿਮਤੀ ਪ੍ਰਗਟਾਈ ਤੇ ਖਾਸ ਤੌਰ ਤੇ ਯੂਕਰੇਨ ਦੇ ਖਿਲਾਫ ਰੂਸ ਦੀ ਗੈਰ ਕਾਨੂੰਨੀ ਜੰਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਟਰੂਡੋ ਤੇ ਪ੍ਰਧਾਨ ਮੰਤਰੀ ਅਨਵਰ ਨੇ ਕੈਨੇਡਾ ਤੇ ਮਲੇਸ਼ੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਤੇ ਸੰਪਰਕ 'ਚ ਰਹਿਣ ਲਈ ਸਹਿਮਤੀ ਪ੍ਰਗਟਾਈ। ਕੈਨੇਡਾ 'ਚ ਹੁਣ ਇੱਕ ਹੋਰ ਸੂਬਾਈ ਪ੍ਰੀਮੀਅਰ ਨੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਧਾਉਣ ਤੋਂ ਰੋਕਣ ਲਈ ਸਿੱਧੀ ਅਪੀਲ ਕੀਤੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਉਹਨਾਂ ਨੇ ਸੂਬੇ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਤੇ ਮੌਜੂਦਾ ਦਰਾਂ ਦੇ ਵਿਨਾਸ਼ਕਾਰੀ ਪ੍ਰਭਾਵ ਦੇ ਚੱਲਦਿਆਂ ਐਤਵਾਰ ਨੂੰ ਕੇਂਦਰੀ ਬੈਂਕ ਦੇ ਗਵਰਨਰ ਟਿਫ ਮੈਕਲਮ ਨੂੰ ਸਿੱਧਾ ਪੱਤਰ ਲਿਖਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਪਿਛਲੇ ਵੀਰਵਾਰ ਨੂੰ ਮੈਕਲਮ ਨੂੰ ਅਜਿਹਾ ਹੀ ਪੱਤਰ ਭੇਜਣ ਤੋਂ ਬਾਅਦ ਉਹ ਹੁਣ ਵਿਆਜ ਦਰਾਂ 'ਚ ਹੋਰ ਵਾਧੇ ਦੇ ਇੰਤਜ਼ਾਰ ਜਤਾਉਣ ਵਾਲੇ ਦੂਜੇ ਪ੍ਰੀਮੀਅਰ ਬਣ ਗਏ ਨੇ। ਬੈਂਕ ਆਫ ਕੈਨੇਡਾ ਨੇ ਜੁਲਾਈ 'ਚ ਆਪਣੀ ਮੁੱਖ ਵਿਆਜ ਦਰ ਨੂੰ ਵਧਾ ਕੇ 5% ਕਰ ਦਿੱਤਾ ਸੀ। ਇਸ ਸੰਬੰਧੀ ਬੈਂਕ ਵੱਲੋਂ ਅਨੁਮਾਨਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਰਾਸ਼ਟਰੀ ਮਹਿੰਗਾਈ ਦਰ ਨੂੰ ਬੈਂਕ ਦੇ 2% ਦੇ ਟੀਚੇ ਤੱਕ ਪਹੁੰਚਾਉਣ 'ਚ ਜ਼ਿਆਦਾ ਸਮਾਂ ਲੱਗੇਗਾ। ਫੋਰਡ ਨੇ ਆਪਣੀ ਚਿੱਠੀ 'ਚ ਮੈਕਲਮ ਨੂੰ ਅਪੀਲ ਕੀਤੀ ਹੈ ਕਿ ਬੁੱਧਵਾਰ ਨੂੰ ਆਪਣੀਆਂ ਅਗਲੀਆਂ ਵਿਆਜ ਦਰਾਂ ਦੇ ਬਾਰੇ 'ਚ ਐਲਾਨ ਕਰਨ ਤੋਂ ਪਹਿਲਾਂ ਉਹ ਉੱਚ ਵਿਆਜ ਦਰਾਂ ਕਾਰਨ ਆਮ ਲੋਕਾਂ ਤੇ ਪੈਣ ਵਾਲੇ ਪ੍ਰਭਾਵ ਤੇ ਵਿਚਾਰ ਕਰਨ। ਫੋਰਡ ਨੇ ਚਿੱਠੀ 'ਚ ਇਹ ਵੀ ਗੱਲ ਆਖੀ ਹੈ ਕਿ ਬੈਂਕ ਨੇ ਪਿਛਲੇ 18 ਮਹੀਨਿਆਂ ਦੌਰਾਨ ਆਪਣੀਆਂ ਵਿਆਜ ਦਰਾਂ 'ਚ 10 ਵਾਰ ਵਾਧਾ ਕੀਤਾ ਹੈ ਤੇ ਪਰਿਵਾਰਾਂ ਨੂੰ ਆਪਣੇ ਮਾਰਗੇਜ ਭੁਗਤਾਨਾਂ ਨੂੰ ਪੂਰਾ ਕਰਨ ਲਈ 1 ਮਹੀਨੇ 'ਚ ਹਜ਼ਾਰਾਂ ਡਾਲਰ ਖਰਚਣੇ ਪੈ ਰਹੇ ਨੇ। ਉਹਨਾਂ ਅੱਗੇ ਲਿਖਿਆ ਕਿ ਫੈਡਰਲ ਸਰਕਾਰ ਨੂੰ ਮੁੜ ਦਰਾਂ ਵਧਾਉਣ ਦੀ ਬਜਾਏ ਨਿਵੇਸ਼ ਕਰਨ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਚ ਨਿਵੇਸ਼ ਲਈ ਸੂਬਿਆਂ ਤੇ ਪ੍ਰਦੇਸ਼ਾਂ ਨਾਲ ਕੰਮ ਕਰਨਾ ਚਾਹੀਦਾ ਹੈ। ਅਮਰੀਕਾ ਦੇ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ 'ਚ ਜਹਾਜ਼ ਉਡਾਉਣ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਪਾਇਲਟਾਂ ਦੀ ਗਿਣਤੀ ਸਾਲ 2022 'ਚ 3 ਗੁਣਾ ਵੱਧ ਗਈ ਹੈ। ਇਸ ਰੁਝਾਨ ਨਾਲ ਕੈਨੇਡਾ 'ਚ ਪਾਇਲਟਾਂ ਦੀ ਘਾਟ ਦੀ ਸਮੱਸਿਆ ਹੋਰ ਡੂੰਘੀ ਹੋਣ ਦਾ ਖਦਸ਼ਾ ਵੱਧ ਗਿਆ ਹੈ। ਅਮਰੀਕਾ ਦੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਨੁਸਾਰ 2022 ਦੇ ਵਿੱਚ 147 ਪਾਇਲਟਾਂ ਨੇ ਅਮਰੀਕਾ 'ਚ ਕਮਰਸ਼ੀਅਲ ਜਹਾਜ਼ ਉਡਾਉਣ ਲਈ ਲਾਇਸੈਂਸ ਅਪਲਾਈ ਕੀਤਾ, ਜਦਕਿ 2021 'ਚ ਸਿਰਫ 39 ਪਾਇਲਟਾਂ ਨੇ ਅਜਿਹਾ ਕੀਤਾ ਸੀ। ਅਮਰੀਕਾ 'ਚ ਟਰੈਵਲ ਦੀ ਵਧੇਰੇ ਮੰਗ ਨੇ ਪਾਇਲਟਾਂ ਨੂੰ ਵੀ ਤਨਖਾਹ ਵਾਧੇ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈ, ਜਿਸ ਕਰਕੇ ਦੇਰੀ ਅਤੇ ਨਵੇਂ ਮੁਲਕ 'ਚ ਵਸਣ ਸੰਬੰਧੀ ਖਰਚਿਆਂ ਦੇ ਬਾਵਜੂਦ ਵਿਦੇਸ਼ੀ ਪਾਇਲਟ ਅਮਰੀਕਾ ਵੱਲ ਆਕਰਸ਼ਿਤ ਹੋ ਰਹੇ ਨੇ। ਭਾਵੇਂ ਇਹ ਗਿਣਤੀ ਛੋਟੀ ਹੈ, ਪਰ ਪਾਇਲਟਾਂ ਦੀ ਘਾਟ ਨਾਲ ਜੂਝਦੀ ਕੈਨੇਡੀਅਨ 에ਅਰਲਾਈਨ ਇੰਡਸਟਰੀ ਲਈ ਇਹ ਚਿੰਤਾਜਨਕ ਹੋ ਸਕਦੀ ਹੈ। ਇਹ ਰੁਝਾਨ 에ਅਰ ਕੈਨੇਡਾ ਅਤੇ ਉਸ ਦੇ ਪਾਇਲਟਾਂ ਦਰਮਿਆਨ ਹੋਣ ਵਾਲੀ ਗੱਲਬਾਤ ਤੇ ਵੀ ਦਬਾਅ ਪਾ ਸਕਦਾ ਹੈ, ਜਿਨ੍ਹਾਂ ਦਾ ਕੰਟਰੈਕਟ 29 ਸਤੰਬਰ ਨੂੰ ਸਮਾਪਤ ਹੋ ਰਿਹਾ ਹੈ।
ਪਾਇਲਟਾਂ ਦੀ ਘਾਟ ਦੇ ਚੱਲਦਿਆਂ 에ਅਰ ਕੈਨੇਡਾ ਨੇ ਹਾਲ ਹੀ 'ਚ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫੈਸਲਾ ਲਿਆ ਹੈ। ਮੌਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਨ ਗ੍ਰੇਡਕ ਨੇ ਇਸ ਤਾਜ਼ਾ ਰੁਝਾਨ ਨੂੰ ਚਿੰਤਾਜਨਕ ਆਖਿਆ ਹੈ। ਪਾਇਲਟਾਂ ਦੀ ਨੁਮਾਇੰਦਗੀ ਕਰਦੀ ਯੂਨੀਫੋਰ ਲੋਕਲ ਯੂਨੀਅਨ ਦੇ ਪ੍ਰੈਜ਼ੀਡੈਂਟ ਮਾਰਕ ਟੇਲਰ ਨੇ ਦੱਸਿਆ ਕਿ ਸਨਵਿੰਗ ਦੇ ਕਰੀਬ 490 ਪਾਇਲਟ ਅਮਰੀਕਾ ਲਈ ਅਪਲਾਈ ਕਰ ਰਹੇ ਨੇ। ਟੇਲਰ ਨੇ ਦੱਸਿਆ ਕਿ ਉਹਨਾਂ ਨੇ ਸਨਵਿੰਗ ਅਤੇ ਇਸ ਦੀ ਮਾਲਕ ਕੰਪਨੀ ਵੈਸਟਜੈਟ ਕੋਲ ਇਸ ਮੁੱਦੇ ਨੂੰ ਚੁੱਕਿਆ, ਪਰ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਮਿਲਿਆ। ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸਨਵਿੰਗ ਨੇ 2 ਪਾਇਲਟਾਂ ਦੇ ਬਾਰੇ ਦੱਸਿਆ ਕਿ ਉਹਨਾਂ ਨੇ ਅਮਰੀਕਾ 'ਚ ਲਾਇਸੈਂਸ ਪ੍ਰਾਪਤ ਕਰ ਲਿਆ ਤੇ ਇਮੀਗ੍ਰੇਸ਼ਨ ਦੇ ਕਾਗਜ਼ ਪੂਰੇ ਹੋਣ ਦੀ ਉਡੀਕ ਕਰ ਰਹੇ ਨੇ। ਉਹਨਾਂ ਕਿਹਾ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ 'ਚ ਰਹਿਣ ਸਹਿਣ ਦੀ ਮਹਿੰਗੀ ਲਾਗਤ ਅਤੇ ਅਮਰੀਕਾ ਵਿੱਚ ਮਿਲਦੀ ਵਧੇਰੇ ਤਨਖਾਹ ਕਾਰਨ ਉਹਨਾਂ ਨੇ ਇੱਥੋਂ ਜਾਣ ਦਾ ਮਨ ਬਣਾਇਆ ਹੈ। ਵਕੀਲ ਸ਼ੌਨ ਫ੍ਰੈਂਜ਼ੂਆ ਹਾਰਵੀ ਨੇ ਦੱਸਿਆ ਕਿ ਉਹ ਪਿਛਲੇ 12 ਮਹੀਨਿਆਂ ਦੌਰਾਨ 560 ਵਿਦੇਸ਼ੀ ਪਾਇਲਟਾਂ ਦੀ ਮਦਦ ਕਰ ਚੁੱਕੇ ਨੇ, ਜਿਨ੍ਹਾਂ 'ਚੋਂ ਕਰੀਬ 29% ਪਾਇਲਟ ਕੈਨੇਡੀਅਨ ਹਨ ਤੇ ਉਹ 에ਅਰ ਕੈਨੇਡਾ, ਵੈਸਟਜੈਟ ਤੇ ਸਨਵਿੰਗ ਦੇ ਜਹਾਜ਼ ਉਡਾਉਂਦੇ ਨੇ। 에ਅਰ ਕੈਨੇਡਾ ਨੇ ਕਿਹਾ ਹੈ ਕਿ ਉਹ ਪਾਇਲਟਾਂ ਦੀਆਂ ਨੌਕਰੀਆਂ ਨੂੰ ਲੈ ਕੇ ਵਿਅਕਤੀਗਤ ਪਸੰਦ ਤੇ ਟਿੱਪਣੀ ਨਹੀਂ ਕਰ ਸਕਦੀ, ਪਰ ਕਿਹਾ ਹੈ ਕਿ ਕੰਪਨੀ ਨੂੰ ਆਪਣੀ ਮੁੱਖ 에ਅਰਲਾਈਨ ਵੱਲ ਪਾਇਲਟਾਂ ਨੂੰ ਆਕਰਸ਼ਿਤ ਕਰਨ 'ਚ ਮੁਸ਼ਕਲ ਨਹੀਂ ਹੈ। ਪ੍ਰੋਫੈਸਰ ਗ੍ਰੇਡਕ ਨੇ ਕਿਹਾ ਹੈ ਕਿ ਵੱਡੀਆਂ 에ਅਰਲਾਈਨਸ ਦੁਆਰਾ ਛੋਟੀ 에ਅਰਲਾਈਨਸ ਦੇ ਪਾਇਲਟ ਭਰਤੀ ਕਰਨ ਕੇ ਖੇਤਰੀ ਰੂਟਾਂ 'ਚ ਕਟੌਤੀ ਵਰਗੇ ਪ੍ਰਭਾਵ ਵੀ ਪੈ ਸਕਦੇ ਨੇ। ਸਤੰਬਰ 'ਚ ਹੀਟ ਵੇਵ ਤੋਂ ਭਾਵ ਹੈ ਕਿ ਬੱਚਿਆਂ ਦੇ ਸਕੂਲ ਪਰਤਣ ਸਮੇਂ ਗੈਰ ਆਰਾਮਦਾਇਕ ਕਲਾਸਰੂਮਸ, ਖਾਸ ਤੌਰ ਤੇ ਉਦੋਂ ਜਦੋਂ ਟੋਰਾਂਟੋ ਪਬਲਿਕ ਸਕੂਲਾਂ ਦੇ 1/3 ਸਕੂਲਾਂ ਕੋਲ ਪੂਰੀ ਤਰ੍ਹਾਂ ਕੰਮ ਕਰਨ ਵਾਲੇ 에ਅਰ ਕੰਡੀਸ਼ਨਰਜ਼ ਵੀ ਨਹੀਂ ਹਨ। ਪੜ੍ਹਨ ਸਿੱਖਣ ਲਈ ਇਹ ਕੋਈ ਬਹੁਤ ਹੀ ਆਰਾਮਦਾਇਕ ਥਾਂ ਨਹੀਂ ਹੋ ਸਕਦੀ, ਪਰ ਭਾਵੇਂ ਗਰਮੀ ਹੋਵੇ ਜਾਂ ਨਾ, ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸਟਾਫ ਤੇ ਵਿਦਿਆਰਥੀਆਂ ਕੋਲ ਇਸ ਤਪਦੀ ਗਰਮੀ 'ਚ ਸਕੂਲ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡਸ ਦੇ 583 ਸਕੂਲਾਂ 'ਚੋਂ ਸਿਰਫ 30% ਪੂਰੀ ਤਰ੍ਹਾਂ ਨਾਲ 에ਅਰ ਕੰਡੀਸ਼ਨਡ ਨੇ, ਜਦਕਿ ਸੈਂਕੜੇ ਹੋਰਨਾਂ ਦੇ ਕੂਲਿੰਗ ਸੈਂਟਰਸ ਹਨ। TDSB ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਹੋਰਨਾਂ ਸਕੂਲ ਬੋਰਡਸ ਕੋਲ ਵੈਦਰ ਪਲੈਨਸ ਨਹੀਂ ਹਨ ਤੇ ਇਹ ਸਭ ਪੱਖੇ ਚਲਾ ਕੇ, ਖਿੜਕੀਆਂ ਖੋਲ੍ਹ ਕੇ, ਲਾਈਟਾਂ ਬੰਦ ਕਰਕੇ ਤੇ ਕੰਪਿਊਟਰ ਬੰਦ ਕਰਕੇ ਗਰਮੀ ਤੋਂ ਬਚਣ ਦਾ ਹੀਲਾ ਵਸੀਲਾ ਕਰਦੇ ਨੇ। ਬਾਹਰ ਵੀ ਛਾਂ ਵਾਲੀਆਂ ਥਾਵਾਂ ਉੱਤੇ ਵਿਦਿਆਰਥੀਆਂ ਨੂੰ ਖੇਡਣ ਜਾਂ ਕੰਮ ਕਰਨ ਲਈ ਆਖਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਾਣੀ ਤੇ ਤਰਲ ਪਦਾਰਥ ਲੈਂਦੇ ਰਹਿਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਰਿਕਾਰਡ ਤੋੜਨ ਵਾਲੀ ਗਰਮੀ ਪੈਣ ਦੇ ਨਾਲ-ਨਾਲ ਇਸ ਵਾਰੀ ਦੇਸ਼ ਦੇ ਕਈ ਹਿੱਸਿਆਂ 'ਚ ਜੰਗਲ ਦੀ ਅੱਗ ਲੱਗ ਜਾਣ ਕਾਰਨ ਵੀ ਤਪਿਸ਼ ਵਧੀ ਹੈ ਤੇ ਅਜਿਹੇ 'ਚ ਪਬਲਿਕ ਹੈਲਥ ਮਾਹਿਰ ਜੈਫਰੀ ਬਰੁਕ ਦਾ ਕਹਿਣਾ ਹੈ ਕਿ ਕਲਾਈਮੇਟ ਚੇਂਜ ਪਹੁੰਚ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਲੱਗਣ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਦੇ ਤਪਿਸ਼ ਭਰੇ ਦਿਨ ਹੋਰ ਵੇਖਣੇ ਪੈਣਗੇ। ਇਸ ਦੌਰਾਨ ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਹਰ ਸਾਲ ਸਕੂਲ ਬੋਰਡਸ ਨੂੰ $1.4 ਬਿਲੀਅਨ ਦੇ ਫੰਡ ਮੁਰੰਮਤ ਆਦਿ ਕਰਵਾਉਣ ਤੇ 에ਅਰ ਕੰਡੀਸ਼ਨਰ ਲਵਾਉਣ ਲਈ ਦਿੱਤੇ ਜਾਂਦੇ ਨੇ। ਮੰਤਰਾਲੇ ਨੇ ਇਹ ਵੀ ਆਖਿਆ ਕਿ ਇਹ ਸਕੂਲ ਬੋਰਡਸ ਦੀ ਜ਼ਿੰਮੇਵਾਰੀ ਹੈ ਕਿ ਉਹ ਸਕੂਲਾਂ ਵਿੱਚ ਹੀਟ ਨਾਲ ਕਿਸ ਤਰ੍ਹਾਂ ਨਾਲ ਨਜਿੱਠਦੇ ਨੇ। ਪ੍ਰੀਮੀਅਰ ਡਗ ਫੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2 ਪ੍ਰੋਵਿੰਸ਼ੀਅਲ ਵਾਚਡੌਗਸ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਸ ਤੋਂ ਬਾਅਦ ਗ੍ਰੀਨ ਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਸਾਈਟਸ ਦਾ ਮੁਲਾਂਕਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ਦੇ ਗਰਮਾ ਜਾਣ ਮਗਰੋਂ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਅਸਤੀਫਾ ਦੇ ਦਿੱਤਾ ਤੇ ਫੋਰਡ ਨੂੰ ਆਪਣੇ ਮੰਤਰੀ ਮੰਡਲ 'ਚ ਫੇਰ-ਬਦਲ ਕਰਨਾ ਪਿਆ ਸੀ। ਫੋਰਡ ਨੇ ਆਖਿਆ ਕਿ ਹਾਊਸਿੰਗ ਡਿਵੈਲਪਮੈਂਟ ਲਈ ਗ੍ਰੀਨ ਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਗਈਆਂ 15 ਸਾਈਟਸ ਦਾ ਮੁਲਾਂਕਣ ਨਿਰਪੱਖ ਫੈਸਿਲੀਟੇਟਰ ਕੋਲੋਂ ਕਰਵਾਇਆ ਜਾਵੇਗਾ। ਉਹਨਾਂ ਦੇ ਨਵੇਂ ਹਾਊਸਿੰਗ ਮੰਤਰੀ ਪਾਲ ਕੈਲੈਂਡਰਾ ਸਾਰੀਆਂ ਗ੍ਰੀਨ ਬੈਲਟ ਅਰਜ਼ੀਆਂ ਦਾ ਮੁਲਾਂਕਣ ਕਰਨਗੇ। ਅਜਿਹੇ ਕਥਿਤ ਸਕੈਂਡਲ ਦੇ ਸਾਹਮਣੇ ਆਉਣ ਤੋਂ ਬਾਅਦ ਕਲਾਰਕ ਦੇ ਅਸਤੀਫਾ ਦੇਣ ਮਗਰੋਂ ਫੋਰਡ ਨੇ ਮੰਗਲਵਾਰ ਸਵੇਰੇ ਇਹ ਐਲਾਨ ਕੀਤਾ। ਫੋਰਡ ਨੇ ਇਹ ਵੀ ਆਖਿਆ ਕਿ ਇਸ ਮੁਲਾਂਕਣ ਦੌਰਾਨ ਮਿਊਨਿਸਪੈਲਿਟੀਜ਼ ਤੇ ਇੰਡੀਜੀਨਸ ਆਗੂਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਫੋਰਡ ਨੇ ਇਹ ਵੀ ਆਖਿਆ ਕਿ ਮੁਲਾਂਕਣ ਦੇ ਜੋ ਵੀ ਨਤੀਜੇ ਹੋਣਗੇ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਗ੍ਰੀਨ ਬੈਲਟ ਦੇ ਹੋਰਨਾਂ ਹਿੱਸਿਆਂ ਨੂੰ ਵੀ ਡਿਵੈਲਪਮੈਂਟ ਲਈ ਵਰਤਿਆ ਜਾ ਸਕੇਗਾ। ਫੋਰਡ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਉਹਨਾਂ ਦੀ ਸਰਕਾਰ ਦੀਆਂ ਹਾਊਸਿੰਗ ਡਿਵੈਲਪਮੈਂਟ ਸੰਬੰਧੀ ਕੋਸ਼ਿਸ਼ਾਂ ਜਾਇਜ਼ ਹਨ ਤੇ ਇਸ ਸਮੇਂ ਸਭ ਤੋਂ ਵੱਡਾ ਮਸਲਾ ਲੋਕਾਂ ਲਈ ਘਰ ਨਾ ਹੋਣਾ ਹੈ। ਉਹਨਾਂ ਆਖਿਆ ਕਿ ਸਾਨੂੰ ਜੰਗੀ ਪੱਧਰ ਉੱਤੇ ਘਰਾਂ ਦਾ ਨਿਰਮਾਣ ਕਰਨਾ ਪਵੇਗਾ। ਲੇਬਰ ਡੇ ਮੌਕੇ ਚਿਲੀਵੈਕ 'ਚ ਇੱਕ 75 ਸਾਲ ਪੁਰਾਣੀ ਚਰਚ ਅੱਗ ਲੱਗ ਜਾਣ ਕਾਰਨ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਸੋਮਵਾਰ ਦੁਪਹਿਰ ਕਰੀਬ 2:50 ਤੇ ਪ੍ਰਿੰਸਸ ਐਵਨਿਊ ਦੇ ਕੋਨੇ ਤੇ ਵਿਲੀਅਮਜ਼ ਸਟਰੀਟ ਤੇ ਸਥਿਤ ਕ੍ਰਾਸ ਕਨੈਕਸ਼ਨ ਚਰਚ 'ਚ ਲੱਗੀ।
ਚਿਲੀਵੈਕ ਫਾਇਰ ਡਿਪਾਰਟਮੈਂਟ ਦੀਆਂ ਵੱਖ-ਵੱਖ ਯੂਨਿਟਸ ਤੋਂ ਲਗਭਗ 54 ਫਾਇਰ ਫਾਈਟਰਸ ਅੱਗ ਤੇ ਕਾਬੂ ਪਾਉਣ ਲਈ ਪਹੁੰਚੇ। ਫਾਇਰ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਫਾਇਰ ਫਾਈਟਰਸ ਪਹਿਲਾਂ ਇਹ ਦੇਖਣ ਲਈ ਚਰਚ ਦੇ ਅੰਦਰ ਦਾਖਲ ਹੋਏ ਕਿ ਅੱਗ ਲੱਗੀ ਕਿੱਥੇ ਹੈ, ਪਰ ਉਹਨਾਂ ਨੂੰ ਗਰਮੀ ਅਤੇ ਭਾਰੀ ਧੂਏ ਦਾ ਸਾਹਮਣਾ ਕਰਨਾ ਪਿਆ। ਅਸਿਸਟੈਂਟ ਫਾਇਰ ਚੀਫ ਕ੍ਰਿਸ ਵਿਲਸਨ ਨੇ ਇੱਕ ਪ੍ਰੈਸ ਰਿਲੀਜ਼ 'ਚ ਕਿਹਾ, ਬਿਲਡਿੰਗ ਦੇ ਅੰਦਰ ਤੇਜ਼ੀ ਨਾਲ ਵਿਗੜਦੀ ਸਥਿਤੀ ਦੇ ਕਾਰਨ ਸਾਰੇ ਫਾਇਰ ਫਾਈਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ। ਕਾਲਾ ਧੂਆਂ ਹਵਾ ਵਿੱਚ ਉੱਡਣ ਕਾਰਨ ਅੱਗ ਦੀਆਂ ਲਪਟਾਂ ਚਰਚ ਦੀ ਛੱਤ ਵਿੱਚੋਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਸਨ। ਵਿਲਸਨ ਨੇ ਕਿਹਾ ਕਿ ਫਾਇਰ ਫਾਈਟਰਾਂ ਨੇ ਲੱਕੜ ਦੀ ਬਣੀ ਇਸ ਇਮਾਰਤ 'ਚ ਅੱਗ ਤੇ ਕਾਬੂ ਪਾਉਣ ਲਈ ਕਈ ਘੰਟਿਆਂ ਤੱਕ ਸਖਤ ਮਿਹਨਤ ਕੀਤੀ। ਮੌਕੇ ਤੇ ਮੌਜੂਦ ਇੱਕ ਗਵਾਹ ਨੇ ਦੱਸਿਆ ਕਿ ਚਰਚ ਦੀ ਛੱਤ ਦੇ ਵੱਖ-ਵੱਖ ਹਿੱਸਿਆਂ 'ਚ ਕਈ ਵਾਰ ਅੱਗ ਦੀਆਂ ਲਪਟਾਂ ਬੁਝ ਜਾਂਦੀਆਂ ਸਨ ਤੇ ਮੁੜ ਉਹਨਾਂ 'ਚ ਅੱਗ ਲੱਗ ਜਾਂਦੀ ਸੀ। ਵਿਲਸਨ ਨੇ ਦੱਸਿਆ ਕਿ ਅੱਗ ਦੀ ਗੰਭੀਰਤਾ ਦੇ ਬਾਵਜੂਦ ਚਰਚ ਦੇ ਅੰਦਰ ਕੁਝ ਮਹੱਤਵਪੂਰਨ ਚੀਜ਼ਾਂ ਤੇ ਦਸਤਾਵੇਜ਼ਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ। ਉਹਨਾਂ ਦੱਸਿਆ ਕਿ ਬਾਅਦ 'ਚ ਇਹ ਸਮਾਨ ਚਰਚ ਦੇ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਜਿਹੜੇ ਕਿ ਮੌਕੇ ਤੇ ਮੌਜੂਦ ਸਨ। ਅੱਗ ਦੀ ਗੰਭੀਰਤਾ ਦੇ ਚੱਲਦਿਆਂ ਪੁਲਿਸ ਵੱਲੋਂ ਇੱਥੇ ਆਵਾਜਾਈ ਨੂੰ ਕਈ ਘੰਟਿਆਂ ਤੱਕ ਬੰਦ ਕਰ ਰੱਖਿਆ ਗਿਆ। ਇਸ ਹਾਦਸੇ 'ਚ 2 ਫਾਇਰ ਫਾਈਟਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ, ਪਰ ਕਿਸੇ ਨਾਗਰਿਕ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਿਸ ਅਤੇ ਫਾਇਰ ਇਨਵੈਸਟੀਗੇਟਰ ਇਸ ਮਾਮਲੇ ਦੀ ਜਾਂਚ 'ਚ ਜੁਟੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਅਜੇ ਮੁੱਢਲੇ ਪੜਾਅ 'ਚ ਹੈ। ਇੱਕ ਵਾਰ ਜਦੋਂ ਜਾਂਚ ਪੂਰੀ ਹੋ ਜਾਵੇਗੀ ਤਾਂ ਹੀ ਇਸ ਗੱਲ ਦਾ ਪਤਾ ਲੱਗ ਸਕੇਗਾ ਕਿ ਇਹ ਅੱਗ ਆਖਰ ਲੱਗੀ ਕਿਸ ਤਰ੍ਹਾਂ ਸੀ। ਫਰੀडम ਕਾਫਲੇ ਦੇ ਆਯੋਜਕਾਂ ਤਮਾਰਾ ਲਿਚ ਅਤੇ ਕ੍ਰਿਸ ਬਾਰਬਰ ਵਿਰੁੱਧ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ। ਇਸ ਦੌਰਾਨ ਉਹ ਉਸ ਵਿਰੋਧ ਪ੍ਰਦਰਸ਼ਨ 'ਚ ਆਪਣੀ ਭੂਮਿਕਾ ਦਾ ਜਵਾਬ ਦੇਣਗੇ ਜਿਸ ਨੇ ਪਿਛਲੇ ਸਾਲ ਕੈਨੇਡਾ ਦੀ ਰਾਜਧਾਨੀ ਓਟਾਵਾ ਨੂੰ ਅਰਾਜਕਤਾ 'ਚ ਸੁੱਟ ਦਿੱਤਾ ਸੀ। ਲਿਚ ਅਤੇ ਬਾਰਬਰ ਉਸ ਸਮੂਹ ਦਾ ਹਿੱਸਾ ਸਨ ਜਿਸ ਨੇ ਕੋਵਿਡ-19 ਜਨਤਕ ਸਿਹਤ ਪਾਬੰਦੀਆਂ ਅਤੇ ਲਿਬਰਲ ਸਰਕਾਰ ਦਾ ਵਿਰੋਧ ਕਰਨ ਲਈ 2022 ਦੀਆਂ ਸਰਦੀਆਂ 'ਚ ਓਟਾਵਾ ਜਾਣ ਲਈ ਵੱਡੇ ਰਿਕਸ ਅਤੇ ਹੋਰ ਟਰੱਕਾਂ ਤੇ ਕਾਰਾਂ ਦੇ ਕਾਫਲੇ ਨੂੰ ਇਕੱਠਾ ਕੀਤਾ ਸੀ। ਇਸ ਦੌਰਾਨ ਸੈਂਕੜੇ ਵਾਹਨਾਂ ਨੇ ਡਾਊਨਟਾਊਨ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਤੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਓਟਾਵਾ ਨੂੰ 3 ਹਫ਼ਤਿਆਂ ਤੱਕ ਘੇਰੀ ਰੱਖਿਆ ਸੀ। ਇੰਨਾ ਹੀ ਨਹੀਂ, ਇਸ ਦੌਰਾਨ ਉਹਨਾਂ ਵੱਲੋਂ ਸ਼ਰੇਆਮ ਅੱਗ ਬਾਲ ਕੇ ਪੂਰੀ ਰਾਤ ਪਾਰਟੀਆਂ ਕੀਤੀਆਂ ਗਈਆਂ। ਹਰ ਵੇਲੇ ਹਾਰਨ ਵਜਾਏ ਗਏ ਤੇ ਉਹਨਾਂ ਨੇ ਡੀਜ਼ਲ ਦੀ ਗੰਧ ਨਾਲ ਸੜਕਾਂ ਨੂੰ ਭਰ ਦਿੱਤਾ। ਵਿਰੋਧ ਪ੍ਰਦਰਸ਼ਨ ਨੇ ਕਈ ਕੌਮਾਂਤਰੀ ਸਰਹੱਦੀ ਲਾਂਘਿਆਂ ਤੇ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਪ੍ਰੇਰਿਤ ਕੀਤਾ। ਇਸ ਸਭ ਦੇ ਚੱਲਦਿਆਂ 1988 'ਚ ਕਾਨੂੰਨ ਬਣਾਏ ਜਾਣ ਤੋਂ ਬਾਅਦ ਸੰਘੀ ਐਮਰਜੈਂਸੀ ਐਕਟ ਨੂੰ ਪਹਿਲੀ ਵਾਰ ਲਾਗੂ ਕੀਤਾ ਗਿਆ। ਲਿਚ ਅਤੇ ਬਾਰਬਰ ਦੋਵੇਂ ਸਹਿਦੋਸ਼ੀ ਹਨ ਤੇ ਦੋਵਾਂ ਤੇ ਸ਼ਰਾਰਤ ਕਰਨ, ਪੁਲਿਸ ਦੇ ਕੰਮ 'ਚ ਰੁਕਾਵਟ ਪਾਉਣ, ਦੂਜਿਆਂ ਨੂੰ ਸ਼ਰਾਰਤ ਕਰਨ ਅਤੇ ਡਰਾਉਣ ਦੀ ਸਲਾਹ ਦੇਣ ਦੇ ਦੋਸ਼ ਲਗਾਏ ਗਏ ਨੇ। ਇਹ ਮੁਕੱਦਮਾ ਘੱਟੋ-ਘੱਟ 16 ਦਿਨ ਤੱਕ ਚੱਲਣ ਦੀ ਉਮੀਦ ਹੈ। ਬਾਰਬਰ ਜੋ ਕਿ ਸਸਕੈਚੁਅਨ 'ਚ ਇੱਕ ਟਰੱਕਿੰਗ ਕੰਪਨੀ ਦਾ ਮਾਲਕ ਹੈ, ਵਿਰੁੱਧ ਓਟਾਵਾ ਦੇ ਡਾਊਨਟਾਊਨ ਕੋਰ 'ਚ ਉੱਚੀ ਆਵਾਜ਼ 'ਚ ਹਾਰਨ ਵਜਾਉਣ ਤੇ ਪਾਬੰਦੀ ਲਗਾਉਣ ਵਾਲੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਲਈ ਦੂਜਿਆਂ ਨੂੰ ਸਲਾਹ ਦੇਣ ਦਾ ਵੀ ਦੋਸ਼ ਲੱਗਾ ਹੈ। ਲਿਚ ਦੇ ਵਕੀਲ ਲਾਰੈਂਸ ਗ੍ਰੀਨਸਪਨ ਨੇ ਇਹਨਾਂ ਗਰਮੀਆਂ 'ਚ ਮਾਮਲੇ ਦੀ ਪ੍ਰੀ ਟ੍ਰਾਇਲ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਮੁਕੱਦਮੇ ਨੂੰ ਮੁੜ ਲੀਚ ਅਤੇ ਬਾਰਬਰ ਤੇ ਵਿਸ਼ੇਸ਼ ਦੋਸ਼ਾਂ ਤੇ ਕੇਂਦਰਿਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਵੱਡੇ ਪੱਧਰ ਤੇ ਕਾਫਲੇ ਦੇ ਵਿਰੋਧ ਦਾ ਅਪਰਾਧਿਕ ਮੁਕੱਦਮਾ ਨਹੀਂ ਹੋਣਾ ਚਾਹੀਦਾ। ਬਾਰਬਰ ਨੇ ਪਿਛਲੇ ਸਾਲ ਇੱਕ ਸੰਘੀ ਜਾਂਚ ਦੇ ਸਾਹਮਣੇ ਇਹ ਗਵਾਹੀ ਦਿੱਤੀ ਸੀ ਕਿ ਵਿਰੋਧ ਦਾ ਵਿਚਾਰ ਸ਼ੁਰੂ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਤੇ ਉਸ ਦੇ ਅਤੇ ਇੱਕ ਹੋਰ ਟਰੱਕ ਡਰਾਈਵਰ ਵਿਚਕਾਰ ਹੋਈ ਗੱਲਬਾਤ ਤੋਂ ਪੈਦਾ ਹੋਇਆ ਸੀ। ਦੋਹਾਂ ਟਰੱਕ ਡਰਾਈਵਰਾਂ ਨੇ ਸਰਹੱਦ ਪਾਰ ਟਰੱਕ ਡਰਾਈਵਰਾਂ ਲਈ ਸੰਘੀ ਵੈਕਸੀਨ ਦੇ ਹੁਕਮਾਂ ਬਾਰੇ ਨਾਰਾਜ਼ਗੀ ਪ੍ਰਗਟਾਈ ਸੀ ਤੇ ਵਿਰੋਧ ਸ਼ੁਰੂ ਕਰਨ ਬਾਰੇ ਗੱਲ ਕੀਤੀ ਸੀ। ਜਿਵੇਂ-ਜਿਵੇਂ ਹਫ਼ਤੇ ਬੀਤਦੇ ਗਏ, ਵੱਧ ਤੋਂ ਵੱਧ ਲੋਕ ਪ੍ਰਦਰਸ਼ਨ ਦੀ ਯੋਜਨਾ ਬਣਾਉਣ 'ਚ ਸ਼ਾਮਲ ਹੁੰਦੇ ਗਏ ਤੇ ਵਿਰੋਧ ਦੇ ਉਦੇਸ਼ 'ਚ ਮਹਾਮਾਰੀ ਸੰਬੰਧੀ ਸਾਰੇ ਜਨਤਕ ਸਿਹਤ ਉਪਾਵਾਂ ਨੂੰ ਖਤਮ ਕਰਨਾ ਤੇ ਵਿਰੋਧ ਦੇ ਕੁਝ ਧੜਿਆਂ ਲਈ ਕੈਨੇਡਾ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਣਾ ਸ਼ਾਮਲ ਹੋ ਗਿਆ। ਅਲਬਰਟਾ 'ਚ ਪੱਛਮੀ ਸੁਤੰਤਰਤਾ ਅੰਦੋਲਨ ਦੇ ਸਾਬਕਾ ਮੈਂਬਰ ਲਿਚ ਆਯੋਜਕਾਂ ਦੇ ਵਾਧੇ ਸਮੂਹ 'ਚ ਉਹਨਾਂ ਦੀ ਸੋਸ਼ਲ ਮੀਡੀਆ ਮੌਜੂਦਗੀ 'ਚ ਮਦਦ ਕਰਨ ਲਈ ਸ਼ਾਮਲ ਹੋ ਗਏ ਤੇ ਉਹਨਾਂ ਨੇ ਇੱਕ ਆਨਲਾਈਨ ਫੰਡਰੇਜ਼ਰ ਸ਼ੁਰੂ ਕੀਤਾ ਜਿਸ ਨੇ ਆਖਰਕਾਰ ਦਾਨ 'ਚ $10.1 ਮਿਲੀਅਨ ਇਕੱਠੇ ਕੀਤੇ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸਕਾਰਬਰੋ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ 'ਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਕਿਸੇ ਤਰ੍ਹਾਂ ਦੀ ਗੜਬੜੀ ਦੀ ਖਬਰ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਸ਼ਾਮੀ 6:30 ਦੇ ਨੇੜੇ-ਤੇੜੇ ਡੰਡਾਕ ਡਰਾਈਵ ਤੇ ਐਂਟਰਿਮ ਕ੍ਰੀਸੈਂਟ ਏਰੀਆ 'ਚ ਸੱਦਿਆ ਗਿਆ। ਬਾਅਦ 'ਚ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਥੇ ਇੱਕ ਅਪਾਰਟਮੈਂਟ 'ਚ ਛੁਰੇਬਾਜ਼ੀ ਹੋਈ ਸੀ। 2 ਜ਼ਖਮੀ ਵਿਅਕਤੀਆਂ ਦਾ ਮੌਕੇ ਤੇ ਮੁਆਇਨਾ ਕੀਤਾ ਤੇ ਪੁਲਿਸ ਨੇ ਦੱਸਿਆ ਕਿ ਇੱਕ ਬੱਚੇ ਦੀ ਮੌਤ ਹੋ ਗਈ। ਇਲਾਕੇ 'ਚ ਭਾਰੀ ਗਿਣਤੀ 'ਚ ਪੁਲਿਸ ਪਾਈ ਗਈ। ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਆਪਣੇ ਹੱਥਾਂ 'ਚ
ਲੈ ਲਈ ਗਈ ਹੈ। ਮੁਲਾਜ਼ਮਾਂ ਨੂੰ ਕਈ ਸਾਲ ਵਰਕ ਫਰਮ ਹੋਮ ਜਾਨੀ ਕਿ ਘਰੋਂ ਕੰਮ ਕਰਨ ਦੀ ਵਿਵਸਥਾ ਦੇਣ ਤੋਂ ਬਾਅਦ ਹੁਣ ਕੰਪਨੀਆਂ ਨੇ ਘੱਟੋ ਘੱਟ ਹਫ਼ਤੇ ਦੇ ਕੁਝ ਦਿਨ ਦਫ਼ਤਰ ਵਾਪਸੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪਰ ਕਾਮਿਆਂ ਲਈ ਇਹ ਤਬਦੀਲੀ ਸੌਖੀ ਨਹੀਂ ਜਾਪਦੀ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਕੰਪਨੀ ਮੈਟਾ ਨੇ ਜੂਨ 'ਚ ਆਪਣੇ ਮੁਲਾਜ਼ਮਾਂ ਨੂੰ ਹਫ਼ਤੇ 'ਚ 3 ਦਿਨ ਦਫ਼ਤਰ ਆ ਕੇ ਕੰਮ ਸ਼ੁਰੂ ਕਰਨ ਲਈ ਸੂਚਿਤ ਕੀਤਾ ਸੀ ਤੇ ਵਾਲ ਸਟਰੀਟ ਜਰਨਲ ਅਨੁਸਾਰ ਇਸ ਮੰਗਲਵਾਰ ਤੋਂ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਐਮਾਜ਼ਨ ਦੇ CEO ਐਂਡੀ ਜੈਸੀ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਜਿਹੜੇ ਹਫ਼ਤੇ 'ਚ 3 ਦਿਨ ਦਫ਼ਤਰੋਂ ਕੰਮ ਕਰਨ ਵਾਲੀ ਪਾਲਿਸੀ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਲਈ ਫਿਰ ਐਮਾਜ਼ਨ 'ਚ ਕੰਮ ਕਰਨਾ ਸੰਭਵ ਨਹੀਂ ਹੋਵੇਗਾ। ਇਸ ਸਾਲ ਦੇ ਸ਼ੁਰੂ 'ਚ ਐਮਾਜ਼ਨ ਦੇ 20,000 ਤੋਂ ਵੱਧ ਮੁਲਾਜ਼ਮਾਂ ਨੇ ਕੰਪਨੀ ਨੂੰ ਦਫ਼ਤਰ ਵਾਪਸੀ ਦਾ ਫੈਸਲਾ ਮੁੜ ਵਿਚਾਰਨ ਲਈ ਇੱਕ ਪਟੀਸ਼ਨ ਵੀ ਸਾਈਨ ਕੀਤੀ ਸੀ। ਫਰਵਰੀ 'ਚ ਐਂਗਸ ਰੀਡ ਦੇ ਇੱਕ ਸਰਵੇਖਣ 'ਚ ਮੁਲਾਜ਼ਮਾਂ ਨੂੰ ਦਫ਼ਤਰ ਵਾਪਸੀ ਬਾਰੇ ਪੁੱਛਿਆ ਗਿਆ ਸੀ। ਸਰਵੇਖਣ 'ਚ ਸ਼ਾਮਲ 1622 ਲੋਕਾਂ ਵਿੱਚੋਂ 36% ਦਾ ਕਹਿਣਾ ਸੀ ਕਿ ਉਹ ਪੂਰੇ ਸਮੇਂ ਲਈ ਦਫ਼ਤਰ ਵਾਪਸੀ ਲਈ ਤਿਆਰ ਹਨ, ਜਦਕਿ 31% ਨੇ ਕਿਹਾ ਕਿ ਉਹ ਦਫ਼ਤਰ ਵਾਪਸ ਜਾਣਗੇ ਪਰ ਨਵੀਂ ਨੌਕਰੀ ਤਲਾਸ਼ ਕਰਨਗੇ। 20% ਲੋਕਾਂ ਨੇ ਨੌਕਰੀ ਛੱਡ ਕੇ ਤੁਰੰਤ ਹੋਰ ਨੌਕਰੀ ਲੱਭਣ ਦੀ ਸੰਭਾਵਨਾ ਜਤਾਈ ਸੀ। ਵੈਨਕੂਵਰ ਦੀ ਇਨਵੈਸਟਮੈਂਟ ਕੰਪਨੀ ਇਨਵੈਸਟਐਕਸ ਦੇ CEO ਮਾਰਕਸ ਨਿਊ ਨੇ ਵੈਨਕੂਵਰ ਅਤੇ ਨਿਊਯਾਰਕ 'ਚ ਸਥਿਤ ਆਪਣੇ ਦਫ਼ਤਰਾਂ 'ਚ ਮੁਲਾਜ਼ਮਾਂ ਲਈ ਹਫ਼ਤੇ 'ਚ 2 ਦਿਨ ਦਫ਼ਤਰੋਂ ਕੰਮ ਕਰਨਾ ਜ਼ਰੂਰੀ ਕੀਤਾ ਹੈ। ਮੈਨੇਜਰ ਹਫ਼ਤੇ 'ਚ 3 ਦਿਨ ਦਫ਼ਤਰ ਆਉਣਗੇ। ਮਾਰਕਸ ਦਾ ਕਹਿਣਾ ਹੈ ਕਿ ਮੁਕੰਮਲ ਵਰਕ ਫਰਮ ਹੋਮ ਕਰਕੇ ਅਸੀਂ ਆਪਸ 'ਚ ਜੁੜਨ, ਸਮੱਸਿਆਵਾਂ ਨੂੰ ਤੇਜ਼ੀ ਨਾਲ ਹੱਲ ਕਰਨ ਤੇ ਇੱਕ ਦੂਜੇ ਨਾਲ ਕਨੈਕਟ ਕਰਨ ਦੀ ਯੋਗਤਾ ਗੁਆ ਰਹੇ ਹਾਂ। ਪਰ ਉਹਨਾਂ ਮੰਨਿਆ ਕਿ ਪੱਕੇ ਤੌਰ ਤੇ ਦਫ਼ਤਰ ਆ ਕੇ ਕੰਮ ਕਰਨ ਵਾਲਾ ਦੌਰ ਹੁਣ ਸ਼ਾਇਦ ਖਤਮ ਹੋ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਕਾਰਤਾ 'ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਕੀਤੀ ਮੁਲਾਕਾਤ। ਪ੍ਰਧਾਨ ਮੰਤਰੀ ਨੇ 2024 'ਚ ਮਲੇਸ਼ੀਆ 'ਚ ਟੀਮ ਕੈਨੇਡਾ ਟ੍ਰੇਡ ਮਿਸ਼ਨ ਲਈ ਯੋਜਨਾਵਾਂ ਦਾ ਕੀਤਾ ਐਲਾਨ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਧਾਉਣ ਤੋਂ ਰੋਕਣ ਲਈ ਕੀਤੀ ਸਿੱਧੀ ਅਪੀਲ। ਫੋਰਡ ਨੇ ਚਿੱਠੀ 'ਚ ਕਿਹਾ ਕਿ 18 ਮਹੀਨਿਆਂ ਦੌਰਾਨ ਵਿਆਜ ਦਰਾਂ 'ਚ 10 ਵਾਰ ਵਾਧਾ ਹੋਇਆ। ਪਰਿਵਾਰਾਂ ਨੂੰ ਮਾਰਗੇਜ ਭੁਗਤਾਨਾਂ ਲਈ ਹਜ਼ਾਰਾਂ ਡਾਲਰ ਖਰਚਣੇ ਪੈ ਰਹੇ ਨੇ। ਅਮਰੀਕਾ 'ਚ ਜਹਾਜ਼ ਉਡਾਉਣ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਪਾਇਲਟਾਂ ਦੀ ਗਿਣਤੀ 'ਚ ਸਾਲ 2022 'ਚ 3 ਗੁਣਾ ਵਾਧਾ। ਕੈਨੇਡਾ 'ਚ ਪਾਇਲਟਾਂ ਦੀ ਘਾਟ ਦੀ ਸਮੱਸਿਆ ਹੋਰ ਡੂੰਘੀ ਹੋਣ ਦਾ ਖਦਸ਼ਾ। ਪਾਇਲਟਾਂ ਦੀ ਘਾਟ ਕਾਰਨ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫੈਸਲਾ। ਮੈਟਾ ਨੇ ਆਪਣੇ ਮੁਲਾਜ਼ਮਾਂ ਨੂੰ ਹਫ਼ਤੇ 'ਚ 3 ਦਿਨ ਦਫ਼ਤਰ ਆ ਕੇ ਕੰਮ ਸ਼ੁਰੂ ਕਰਨ ਲਈ ਸੂਚਿਤ ਕੀਤਾ। ਐਮਾਜ਼ਨ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਕਿਹਾ ਜਿਹੜੇ ਹਫ਼ਤੇ 'ਚ 3 ਦਿਨ ਦਫ਼ਤਰੋਂ ਕੰਮ ਕਰਨ ਵਾਲੀ ਪਾਲਿਸੀ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਲਈ ਐਮਾਜ਼ਨ 'ਚ ਕੰਮ ਕਰਨਾ ਸੰਭਵ ਨਹੀਂ ਹੋਵੇਗਾ।